ਅੱਜ 8 ਜੁਲਾਈ ਹੈ ਔਰ 1987 ਚ ਅੱਜ ਦੇ ਦਿਨ ਹੀ ਸਾਡੇ ਬਾਪੂ ਜੀ ਸਰ ਹਰਨਾਮ ਸਿੰਘ ਗਿੱਲ ਸਾਨੂੰ ਸਦੀਵੀ ਤੌਰ ਦੇ ਉੱਤੇ ਵਿਛੋੜਾ ਦੇ ਗਏ ਸੀ। ਬਾਪੂ ਜੀ ਨੂੰ ਜਦੋਂ ਵੀ ਕਦੇ ਚੇਤੇ ਕਰਦੇ ਆ ਤਾਂ ਸੱਚ ਜਾਣਿਓ ਹਰ ਬਾਬਲ ਵਾਂਗ ਸਾਨੂੰ ਵੀ ਆਪਣੇ ਬਾਪੂ ਜੀ ਦੀਆਂ ਬਹੁਤ ਸਾਰੀਆਂ ਐਸੀਆਂ ਲੋਕ ਸਿਆਣਪਾਂ ਚੇਤੇ ਆਉਂਦੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਉਹਨਾਂ ਦੇ ਮੂੰਹੋਂ ਹੀ ਸੁਣੀਆਂ, ਕਿਸੇ ਹੋਰ ਦੇ ਮੂੰਹੋਂ ਮੈਂ ਉਦੋਂ ਬਾਅਦ 'ਚ ਵੀ ਨਹੀਂ ਸੁਣੀਆਂ। 13 ਤੇ 20 33 ਸਾਲ ਬੀਤ ਗਏ ਨੇ, ਅੱਜ ਵੀ ਸਗਵੀਆਂ ਉਵੇਂ ਦੀਆਂ ਉਵੇਂ ਸੱਜਰੀਆਂ ਸਾਡੇ ਮਨ ਚਿੱਤ ਦੇ ਵਿੱਚ ਵਸਦੀਆਂ ਨੇ। ਦੇਸ਼ ਦੀ ਵੰਡ ਵੇਲੇ ਉਹ ਬਾਪੂ ਜੀ ਸਾਡੇ ਸਿਰਫ 40 ਸਾਲ ਦੇ ਸਨ ਤੇ ਅਸੀਂ ਇੱਕ ਵਾਰੀ ਪੁੱਛਿਆ ਕਿ ਬਾਪੂ ਜੀ ਤੁਸੀਂ 40 ਸਾਲ ਦੇ ਕਹਿੰਦੇ ਤੇ ਹੈ ਉਹ, ਪਰ 40 ਸਾਲ ਦਾ ਤੁਹਾਡੇ ਕੋਲ ਕੀ ਤਸਦੀਕ ਹੈ? ਕਿਉਂਕਿ ਉਹ ਚਿੱਟੇ ਅਨਪੜ੍ਹ ਸੀ, ਕੋਰੇ ਅਨਪੜ੍ਹ ਸੀ। ਤੇ ਕਹਿੰਦੇ ਲੈ, ਮੇਰੀ ਚਾਚੀ ਦੱਸਦੀ ਸੀ, ਆਪਣੀ ਮਾਂ ਨੂੰ ਚਾਚੀ ਆਖਦੇ ਹੁੰਦੇ ਸੀ। ਮੇਰੀ ਚਾਚੀ ਨੇ ਦੱਸਿਆ ਸੀ ਤੂੰ ਭਾਦਰੋਂ 'ਚ ਜੰਮਿਆ ਸੈਂ ਤੇ ਹੁਣ ਤੂੰ 40 ਵਰ੍ਹਿਆਂ ਦਾ। ਉਦੋਂ ਬਾਅਦ 'ਚ ਇੱਕ ਵਾਰ ਲੁਧਿਆਣੇ ਆਏ ਹੋਏ ਸੀ ਅਸੀਂ, ਉਦੋਂ ਕ੍ਰਿਸ਼ਨ ਨਗਰ 'ਚ ਰਹਿੰਦੇ ਸੀ ਤੇ ਵੱਡੇ ਭਾਜੀ ਮੇਰੇ ਸਰ ਜਸਵੰਤ ਸਿੰਘ ਗਿੱਲ ਖਾਲਸਾ ਕਾਲਜ ਪੜ੍ਹਾਉਂਦੇ ਸੀ ਜਿਹੜੇ, ਉਹਨਾਂ ਦੀ ਸੱਜਣ ਤਾਈ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨਾਲ ਸੀ, ਜਿਨ੍ਹਾਂ ਦੇ ਸਿੱਧੇ ਨਾਨਕੀ ਰਿਸ਼ਤੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਸੀ। ਔਰ ਬੇਬੇ ਜੀ ਆਏ ਹੋਏ ਸੀ ਉਹਨੇ ਦਿਨੀ, ਮਾਤਾ ਵਿਦਿਆਵਤੀ ਸ਼ਹੀਦ ਭਗਤ ਸਿੰਘ ਦੇ ਮਦਰ। ਤੇ ਬਾਪੂ ਜੀ ਕਹਿੰਦੇ ਮੈਨੂੰ ਨਾ ਮਿਲਾ ਕੇ ਲਿਆ, ਬਿਲਕੁਲ ਮਗਰਲੇ ਘਰ 'ਚ ਉਹ ਰਹਿੰਦੇ ਸੀ ਭਾਈ ਜਗਮੋਹਨ। ਮੈਂ ਗਿਆ ਤੇ ਬੇਬੇ ਜੀ ਕੋਲ ਬੈਠ ਕੇ ਬਾਪੂ ਜੀ ਪੁੱਛਣ ਲੱਗ ਗਏ, ਕਹਿੰਦੇ ਬੇਬੇ ਸਰਦਾਰ ਭਗਤ ਸਿੰਘ ਉਦੋਂ ਕਿੰਨੇ ਕੁ ਸਾਲਾਂ ਦਾ ਸੀ ਜਦੋਂ ਦੇਸ਼ ਦੀ ਆਜ਼ਾਦੀ ਦੀ ਵੰਡ ਹੋਈ ਹੈ? ਉਦੋਂ ਕਿੰਨੇ ਸਾਲਾਂ ਦਾ ਹੁੰਦਾ ਜੇ ਉਹ ਜਿਉਂਦਾ ਹੁੰਦਾ ਤਾਂ? ਬੇਬੇ ਜੀ ਕਹਿੰਦੇ 40 ਸਾਲਾਂ ਦਾ ਹੋਣਾ ਸੀ। ਬਾਪੂ ਜੀ ਕਹਿੰਦੇ ਜੇ ਮੈਂ ਵੀ 4 ਜਮਾਤਾਂ ਪੜ੍ਹਿਆ ਹੁੰਦਾ ਤੇ ਮੈਂ ਵੀ ਜ਼ਿੰਦਗੀ 'ਚ ਕੁਝ ਕਰ ਲੈਂਦਾ। ਇੱਕ ਹੌਕਾ ਠੰਡਾ ਭਰਿਆ ਉਹਨਾਂ ਨੇ, ਇਹਦੇ 'ਚ ਵੱਖਰੀ ਕਿਸਮ ਦਾ ਦਰਦ ਸੀ, ਇੱਕ ਵੱਖਰੀ ਕਿਸਮ ਦੀ ਸ਼ਰਧਾਂਜਲੀ ਸੀ ਜਿਹੜੀ ਸਿਰਫ ਤੇ ਸਿਰਫ ਮੈਂ ਜਾਣਦਾ ਜਾਂ ਬੇਬੇ ਜੀ ਜਾਣਦੇ ਨੇ, ਜਿਹੜਾ ਹੌਕਾ ਬਾਪੂ ਜੀ ਨੇ ਭਰਿਆ। ਖੈਰ ਹੋਈ ਬੀਤੀ ਕਹਾਣੀ। ਬਾਪੂ ਜੀ ਦੀਆਂ ਕੁਝ ਗੱਲਾਂ ਜਦੋਂ ਯਾਦ ਕਰਦਾ ਤਾਂ ਮੈਨੂੰ ਚੇਤੇ ਆਉਂਦਾ ਉਹਨਾਂ ਦੀਆਂ ਕੁਝ ਆਖੀਆਂ ਗੱਲਾਂ। ਇੱਕ ਅਕਸਰ ਮੁਹਾਵਰਾ ਵਰਤਦੇ ਹੁੰਦੇ ਸੀ ਜਿਹੜਾ ਮੈਂ ਕਿਸੇ ਕਿਤਾਬ 'ਚੋਂ ਕਦੇ ਨਹੀਂ ਪੜ੍ਹਿਆ। ਆਖਦੇ ਹੁੰਦੇ ਸੀ ਰੱਬ ਨਾ ਡਾਂਗੀ ਮਾਰਦਾ ਮੱਤ ਕਵੱਲੀ ਦਾ, ਕਿ ਰੱਬ ਡਾਂਗ ਲੈ ਕੇ ਕਿਸੇ ਨੂੰ ਆਪ ਮਾਰਨ ਨਹੀਂ ਆਉਂਦਾ, ਬੰਦੇ 'ਚ ਮੱਤ ਹੀ ਪੁੱਠੀ ਪਾ ਦਿੰਦਾ। ਫਿਰ ਉਹਦੀ ਦੇਸੀ ਜੀ ਵਿਆਖਿਆ ਕਰਦੇ ਹੁੰਦੇ ਸੀ, ਮਿਸਾਲਾਂ ਦਿੰਦੇ ਹੁੰਦੇ ਸੀ। ਪੁੱਠੀ ਮੱਤ ਵਾਲਿਆਂ ਦੀਆਂ ਮਿਸਾਲਾਂ ਦੇ ਕੇ ਸਾਨੂੰ ਸਿੱਧੀ ਮੱਤ ਦੇ ਰਾਹ ਤੋਰਦੇ ਸੀ। ਇੱਕ ਘਟਨਾ ਹੋਰ ਬੜੀ ਕਮਾਲ ਦੀ ਸਵੇਰੇ ਭਾਈ ਸੁਖਵੰਤ ਨੇ ਦੱਸੀ, ਮੇਰੇ ਵੱਡੇ ਭਾਈ ਸਾਹਿਬ ਨੇ। ਕਹਿੰਦੇ ਜਦੋਂ ਮੈਂ 8ਵੀਂ ਦੇ ਪੇਪਰ ਦੇਣ ਵਾਸਤੇ ਕਾਲਾ ਅਫਗਾਨਾ ਗਿਆ ਤੇ ਅਸੀਂ ਰਾਤ ਨੂੰ ਵੀ ਉੱਥੇ ਹੀ ਰਹਿੰਦੇ ਸਾਂ ਤੇ ਹਰ ਰੋਜ਼ ਬਾਪੂ ਜੀ ਨੇ ਪਿੰਡੋਂ ਦੁੱਧ ਲੈ ਕੇ ਲਗਭਗ 4-4.5 ਕਿਲੋਮੀਟਰ ਪੈਂਦਾ ਫਾਸਲਾ ਉਹ ਪੈਦਲ ਜਾਣਾ ਔਰ ਪੈਦਲ ਆਉਣਾ, ਸਿਰਫ ਇਸ ਵਾਸਤੇ ਕਿ ਮੇਰੇ ਪੁੱਤਰ ਨੂੰ ਰਾਤ ਨੂੰ ਸੋਹਣੀ ਨੀਂਦਰ ਪੈ ਜਾਵੇ ਤੇ ਘਰ ਦਾ ਦੁੱਧ ਪੀ ਲਵੇ। ਮੈਂ ਇਹ ਵੀ ਗੱਲ ਦੱਸੀ ਕਿ ਜਦੋਂ ਕਾਲਾ ਅਫਗਾਨਾ ਦੇ ਵਿੱਚ ਇੰਟਰਵਿਊ ਸੀ ਇਹਨਾਂ ਦੀ, ਮੇਰੇ ਵੱਡੇ ਭਾਜੀ ਦੀ, ਉਦੋਂ ਅਜੇ ਖਾਲਸਾ ਕਾਲਜ ਨਹੀਂ ਸੀ ਆਏ, ਜਾਂ ਜੇ ਆਏ ਸੀ ਤਾਂ ਅਜੇ ਰੈਗੂਲਰ ਜੌਬ ਨਹੀਂ ਸੀ, ਤਾਂ ਕਾਲਾ ਅਫਗਾਨਾ ਦੇ ਵਿੱਚ ਇੱਕ ਨੌਕਰੀ ਨਿਕਲੀ ਕਾਲਜ ਦੇ ਵਿੱਚ। ਤੇ ਕਹਿੰਦੇ ਅਸੀਂ ਦੋਵੇਂ ਭਰਾ ਇੰਟਰਵਿਊ ਦੇ ਕੇ ਵਾਪਸ ਪਰਤ ਰਹੇ ਸੀ ਸਾਈਕਲ ਤੇ ਬਾਪੂ ਜੀ ਮੱਝਾਂ ਚਾਰ ਰਹੇ ਸੀ ਚੰਦੂ ਸੂਜੀ ਦੇ ਉਰਲੇ ਪਾਸੇ। ਤੇ ਕਹਿਣ ਲੱਗੇ, ਕਹਿੰਦੇ ਆ ਗਏ ਹੋ? ਅਸੀਂ ਕਿਹਾ ਬਾਪੂ ਜੀ ਆ ਗਏ ਆ। ਕਹਿੰਦੇ ਮੈਂ ਪੁੱਛਿਆ ਭਾਈ ਸੁਖਵੰਤ, ਕਹਿੰਦੇ ਮੈਂ ਕਿਹਾ ਕਿ ਤੁਸੀਂ ਬਾਪੂ ਸਾਨੂੰ ਪੁੱਛਿਆ ਨਹੀਂ ਵੀ ਕੀ ਬਣਿਆ ਇੰਟਰਵਿਊ ਦਾ? ਕਹਿੰਦੇ ਮੈਂ ਅਨਪੜ੍ਹ ਜ਼ਰੂਰ ਹਾਂ ਪਰ ਮੈਂ ਸ਼ਦਾਈ ਨਹੀਂ ਤੁਹਾਡੇ ਵਰਗਾ। ਕਹਿੰਦੇ ਬਾਪੂ ਜੀ ਕਿੱਦਾਂ? ਕਹਿੰਦੇ ਜੇ ਇਹ ਕੰਮ ਬਣ ਗਿਆ ਹੁੰਦਾ ਤੁਸੀਂ ਆਪ ਹੀ ਦੱਸ ਦੇਣਾ ਸੀ, ਹੁਣ ਮੇਰੇ 'ਚ ਪੁੱਛਣ ਵਾਲੀ ਕਿਹੜੀ ਗੱਲ ਹੈ? ਉਸ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਹੋਰ ਸੁਣਾਈ ਮੈਨੂੰ, ਜਿਹੜੀ ਮੈਨੂੰ ਆਪ ਵੀ, ਮੈਂ ਉਸ ਦਾ ਵੀ ਚਸ਼ਮਦੀਦ ਗਵਾਹ ਹਾਂ। ਬਾਪੂ ਜੀ ਬਹੁਤ ਢਿੱਲੇ ਸੀ ਉਦੋਂ, ਇੱਥੇ ਭਾਈ ਰਣਧੀਰ ਸਿੰਘ ਨਗਰ 'ਚ ਵੱਡੇ ਭਾਈ ਸਾਹਿਬ ਦੇ ਘਰ ਠਹਿਰੇ ਹੋਏ ਸੀ, ਇੱਥੇ ਇਲਾਜ ਚੱਲਦਾ ਸੀ ਉਹਨਾਂ ਦਾ DMC ਦੇ ਵਿੱਚ, ਤੇ ਬਹੁਤ ਹਾਲਤ ਖਰਾਬ ਹੋ ਚੁੱਕੀ ਸੀ। ਤੇ ਖਬਰ ਨੂੰ ਇੱਕ ਪ੍ਰੈਸ ਸਾਹਿਬ ਆ ਗਏ ਜਿਹੜੇ ਭਾਜੀ ਦੇ
ਕਾਲਜ ਦੇ ਸਾਥੀ ਸੀ। ਤੇ ਇਹ ਰਿਵਾਜ ਆ ਜਿਵੇਂ ਸਾਡਾ ਹਰ ਇੱਕ ਨੂੰ ਕਹਿਣ ਦਾ ਕਿ ਵਾਹਿਗੁਰੂ ਵਾਹਿਗੁਰੂ ਕਰੋ, ਵਾਹਿਗੁਰੂ ਵਾਹਿਗੁਰੂ ਕਰੋ। ਐਂ ਬੰਦਾ ਸੋਚ ਲੈਂਦਾ ਵੀ ਹੁਣ ਤਾਂ ਆਖਰੀ ਸਮਾਂ, ਹੁਣ ਵਾਹਿਗੁਰੂ ਨੇ ਸਿਰਫ ਤੁਹਾਨੂੰ ਬਚਾਉਣਾ। ਤੇ ਬਾਪੂ ਜੀ ਨੇ ਨਾ ਬੜਾ ਭੈੜਾ ਜਿਹਾ ਮੂੰਹ ਬਣਾ ਲਿਆ, ਕੁਨੀਨ ਖਾਧੀ ਵਰਗਾ, ਤੇ ਉਹਨੂੰ ਕਹਿੰਦੇ ਜੱਸ ਇਹ ਮੁੰਡਾ ਤੇਰੇ ਨਾਲ ਪ੍ਰੋਫੈਸਰ ਹੈ? ਕਹਿੰਦੇ ਹਾਂ ਬਾਪੂ ਜੀ ਪ੍ਰੋਫੈਸਰ ਹੈ। ਕਹਿੰਦੇ ਮੈਨੂੰ ਤਾਂ ਸ਼ਦਾਈ ਲੱਗਦਾ। ਕਹਿੰਦੇ ਬਾਪੂ ਜੀ ਕਿਉਂ? ਬਾਪੂ ਜੀ ਨੂੰ, ਭਾਜੀ ਨੂੰ ਬੜਾ ਬੁਰਾ ਲੱਗਿਆ ਵੀ ਯਾਰ ਮੇਰੇ ਕੁਲੀਗ ਨੂੰ ਸ਼ਦਾਈ ਕਹਿ ਤਾ ਬਾਪੂ ਜੀ ਨੇ, ਪਰ ਉਹ ਸੋਚਦੇ ਨਹੀਂ ਸੀ ਕਹਿਣ ਲੱਗਿਆ, ਉਹ ਕਹਿ ਦਿੰਦੇ ਸੀ। ਕਹਿੰਦੇ ਪ੍ਰੋਬਲਮ ਮੇਰੀ ਪਿਸ਼ਾਬ ਦੀ ਹੈ, ਇਹ ਮੈਨੂੰ ਵਾਹਿਗੁਰੂ ਵਾਹਿਗੁਰੂ ਕਰਨ ਨੂੰ ਕਹਿ ਰਿਹਾ। ਕਹਿੰਦੇ ਜੇ ਸਿਆਣਾ ਹੁੰਦਾ ਤਾਂ ਮੈਨੂੰ ਕਿਸੇ ਡਾਕਟਰ ਦੀ ਦੱਸ ਪਾਉਂਦਾ ਕਿ ਬਾਪੂ ਜੀ ਫਲਾਣੇ ਡਾਕਟਰ ਤੋਂ ਇਲਾਜ ਵਾਸਤੇ ਤੁਸੀਂ ਜਾ ਸਕਦੇ ਹੋ। ਇਹ ਮੈਨੂੰ ਵਾਹਿਗੁਰੂ ਵਾਹਿਗੁਰੂ ਕਹਿ, ਉਹ ਤਾਂ ਮੈਨੂੰ ਅਨਪੜ੍ਹ ਬੰਦੇ ਨੂੰ ਪਤਾ ਵਾਹਿਗੁਰੂ ਕਹਿਣਾ ਚਾਹੀਦਾ। ਇਸੇ ਤਰ੍ਹਾਂ ਇੱਕ ਵਾਰ ਉਦੋਂ ਸ਼ਾਇਦ ਕ੍ਰਿਸ਼ਨ ਨਗਰ ਰਹਿੰਦੇ ਸੀ ਮੇਰੇ ਖਿਆਲ ਅਸੀਂ, ਤੇ ਬਾਪੂ ਜੀ ਸਵੇਰੇ ਅਖਬਾਰ ਲੈ ਕੇ ਨਾ ਪੜ੍ਹਿਆ ਲਿਖਿਆ ਵਾਂਗੂ ਅੰਗਰੇਜ਼ੀ ਦਾ ਟ੍ਰਿਬਿਊਨ ਲੈ ਕੇ ਪੜ੍ਹਨ ਬਹਿ ਗਏ। ਤੇ ਮੈਂ ਕਿਹਾ ਬਾਪੂ ਜੀ ਤੁਸੀਂ ਅਖਬਾਰ ਤਾਂ ਸਿੱਧਾ ਫੜਿਆ ਹੋਇਆ ਹੈ, ਤੁਸੀਂ ਅਨਪੜ੍ਹ ਹੋ। ਕਹਿੰਦੇ ਮੈਂ ਤੇਰੇ ਵਾਂਗੂ ਸ਼ਦਾਈ ਨਹੀਂ। ਤੇ ਮੈਂ ਕਿਹਾ ਬਾਪੂ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਅਖਬਾਰ ਦਾ ਸਿੱਧਾ ਪਾਸਾ ਇਹੀ ਹੈ? ਕਹਿੰਦੇ ਮੂਰਖਾ ਮੈਂ ਫੋਟੋ ਤੋਂ ਪਛਾਣ ਲਿਆ ਵੀ ਸਿੱਧਾ ਪਾਸਾ ਇਹੀ ਹੈ, ਇਸ ਕਰਕੇ ਮੈਂ ਸਿੱਧਾ ਫੜ ਲਿਆ। ਉਹਨਾਂ ਨੂੰ ਨਾਟਕ ਕਰਨ ਦੀ ਬੜੀ ਜਾਚ ਸੀ, ਵਧੀਆ ਆਪਣੇ ਆਪ ਨੂੰ ਨਾ ਪੜ੍ਹਿਆ ਲਿਖਿਆ ਸਾਬਤ ਕਰਦੇ। ਵੀ ਚਿੱਟੇ ਲੀੜੇ ਪਾਉਂਦੇ ਸੀ ਉਹ, ਸਮਝ ਲਓ ਵੀ ਸਾਰੀ ਜ਼ਿੰਦਗੀ ਮੈਂ ਉਹਨਾਂ ਦੇ ਸਿਰ ਦੇ ਉੱਤੇ ਰੰਗੀਨ ਦਸਤਾਰ ਨਹੀਂ ਵੇਖੀ, ਤੇ ਨਾ ਹੀ ਕਦੇ ਉਹਨਾਂ ਦੇ ਰੰਗਦਾਰ ਕੱਪੜਾ ਪਾਇਆ ਵੇਖਿਆ। ਇੱਕ ਵਾਰ ਉਹ ਇਸੇ ਤਰ੍ਹਾਂ ਨਾਲ ਹੀ ਘੜੀ ਬੰਨ ਕੇ ਤੇ ਟਾਈਮ ਵੇਖਣ ਲੱਗ ਗਏ। ਮੈਂ ਕਿਹਾ ਬਾਪੂ ਜੀ ਤੁਹਾਨੂੰ ਟਾਈਮ ਵੇਖਣ ਦੀ ਜਾਚ ਨਹੀਂ? ਕਹਿੰਦਾ ਉਹ ਗੱਲ ਸੁਣ, ਮੈਨੂੰ ਚਾਅ ਤੇ ਪੂਰਾ ਕਰ ਲੈਣ ਦੇ ਕਿ ਮੇਰੇ ਕੋਲ ਵੀ ਘੜੀ ਹੈ, ਮੈਂ ਵੀ ਟਾਈਮ ਦੇਖ ਸਕਦਾ। ਇੱਕ ਬੰਦਾ ਪੁੱਛ ਬੈਠਾ ਮਾੜੀ ਕਿਸਮਤ ਨੂੰ, ਕਹਿੰਦਾ ਬਾਪੂ ਜੀ ਤੁਸੀਂ ਪੜ੍ਹੇ ਲਿਖੇ ਹੋ? ਪੱਗ ਬੜੀ ਸੋਹਣੀ ਬੰਨਦੇ ਸੀ ਚਿਣ ਕੇ। ਕਹਿੰਦੇ ਪੂਰੇ ਕਾਨਫੀਡੈਂਸ ਕਹਿੰਦੇ ਨਹੀਂ ਮੈਂ ਪੜ੍ਹਿਆ ਲਿਖਿਆ ਦਾ ਪਿਓ ਆ, ਧੀ ਮੇਰੀ 16 ਜਮਾਤਾਂ ਪਾਸ, ਪੁੱਤਰ ਮੇਰੇ 16 ਜਮਾਤਾਂ ਪਾਸ 3, ਤੇ 10 ਮੈਂ ਪੜ੍ਹਿਆ ਲਿਖਿਆ ਦਾ ਪਿਓ ਆ ਕਿ ਨਹੀਂ? ਉਹ ਚਾਹ ਲੈਣਾ ਬੜਾ ਜਾਣਦੇ ਸੀ ਆਪਣੇ ਜੀਆਂ ਤੋਂ, ਬਾਹਰਲੇ ਸੰਸਾਰ ਦਾ ਵੀ ਬੜਾ ਚਾਹ ਲੈਂਦੇ ਸੀ। ਮੈਨੂੰ ਯਾਦ ਹੈ ਭਾਗੁਰ ਬਚਨ ਮੇਰੇ ਤਾਇਆ ਜੀ ਦਾ ਬੇਟਾ ਕਬੱਡੀ ਬੜੀ ਸੋਹਣੀ ਖੇਡਦਾ ਸੀ। ਮੇਰਾ ਖਿਆਲ ਏਡਾ ਦਰਸ਼ਨੀ ਜਵਾਨ ਮੈਂ ਆਪਣੇ ਪਿੰਡ 'ਚ ਨਹੀਂ ਵੇਖਿਆ ਜਿੰਨਾ ਚਿਰ ਮੈਂ ਪਿੰਡ 'ਚ ਰਿਹਾ। ਉਹਨੇ ਜਿੱਥੇ ਕਿਤੇ ਕਬੱਡੀ ਖੇਡਣ ਜਾਣਾ ਤੇ ਉਹਨੂੰ ਬਿਨਾਂ ਦੱਸਿਆ ਜਾ ਕੇ ਲੋਕਾਂ 'ਚ ਬਹਿ ਜਾਣਾ, ਤੇ ਜਦੋਂ ਉਹਨੇ ਨੁਕਤੇ ਪੁਆਇੰਟ ਲੈ ਕੇ ਜਦੋਂ ਪਰਤਣਾ ਤੇ ਹਰ ਵਾਰ ਉਸ ਨੂੰ ਜਾ ਕੇ ਮੱਥਾ ਚੁੰਮਣਾ, ਤੇ ਆਉਣ ਸਾਰ ਮੇਰੀ ਮਾਂ ਨੂੰ ਆਖਣਾ ਗੁਰਬਚਨ ਨੂੰ ਨਾ ਇੱਕ ਸਿਰ ਘਿਓ ਮੇਰੇ ਵੱਲੋਂ ਵੱਖਰਾ ਤੋਲ ਕੇ ਦੇ ਦੇ, ਇਹਨੇ ਅੱਜ ਸਾਡੀ ਬਹੁਤ ਰੱਖ ਵਿਖਾਈ। ਅੱਜ ਮੈਨੂੰ ਬਹੁਤ ਮਾਣ ਹੋਇਆ ਕਿ ਮੇਰੇ ਭਤੀਜੇ ਨੇ ਅੱਜ ਏਡੀ ਖੂਬਸੂਰਤ ਖੇਡ ਖੇਡੀ ਹੈ। ਹੋਰ ਬੜੇ ਲੋਕ ਸੀ ਜਿਨ੍ਹਾਂ ਦਾ ਚਾਅ ਲੈਂਦੇ ਸੀ, ਥੋੜੇ ਨਹੀਂ, ਬਹੁਤ ਵੱਡਾ ਸੰਸਾਰ ਸੀ ਉਹਨਾਂ ਦਾ। ਪਰ ਉਹਨਾਂ ਦੀ ਜਿਹੜੀ ਇੱਕ ਤੰਦ ਸੀ ਜੁੜੀ ਹੋਈ, ਉਹ ਸਾਡੇ ਸਤਿਕਾਰਯੋਗ ਫੁੱਫੜ ਜੀ ਨਾਲ ਬਹੁਤ ਜੁੜੀ ਹੋਈ ਸੀ, ਜਿਹੜੇ ਵੱਡੇ ਸੀ ਸਾਡੇ, ਸਭ ਤੋਂ ਵੱਡੇ ਫੁੱਫੜ ਜੀ ਕੈਪਟਨ ਭਾਗ ਸਿੰਘ। ਹਰ ਗੱਲ 'ਚ ਉਹਨਾਂ ਦੀ ਮਿਸਾਲ ਦਿੰਦੇ ਸੀ, ਡਿਸਿਪਲਿਨ 'ਚ, ਫਿਜ਼ੀਕਲ ਫਿਟਨੈਸ 'ਚ, ਉਹਨਾਂ ਦੇ ਪੜ੍ਹਨ ਲਿਖਣ ਦੇ ਚਾਅ 'ਚ, ਉਹਨਾਂ ਦੇ ਰਿਸ਼ਤੇ ਦੀ ਪਾਕੀਜ਼ਗੀ ਨਿਭਾਉਣ ਦੇ ਸਿਲਸਿਲੇ 'ਚ, ਉਹਨਾਂ ਦਾ ਇੱਕ ਦੂਸਰੇ ਉੱਤੇ ਅੰਬਰ ਬਣ ਕੇ ਛਤਰੀ ਬਣ ਕੇ ਵਿਚਰਨ ਦੇ ਅੰਦਾਜ਼ 'ਚ, ਹਰ ਪੈਰ ਪੈਰ ਤੇ ਉਹਨਾਂ ਦਾ ਜ਼ਿਕਰ ਕਰਦੇ ਸੀ। ਔਰ ਮੇਰਾ ਖਿਆਲ ਹੈ ਕਿ ਇੰਨੀ ਅਰਾਧਨਾ ਸ਼ਾਇਦ ਹੀ ਕਿਸੇ ਰਿਸ਼ਤੇਦਾਰ ਦੀ ਹੋਰ ਜ਼ਿੰਦਗੀ 'ਚ ਉਹਨਾਂ ਨੇ ਕੀਤੀ ਹੋਵੇ। ਚਾਹ ਲੈ ਸਕਣਾ ਕਿਸੇ ਹੋਰ ਦਾ। ਕਈ ਲੋਕ ਮੈਨੂੰ ਪੁੱਛਦੇ ਨੇ ਕਿ ਤੂੰ ਇਹ ਕਿੱਥੋਂ ਸਿੱਖਿਆ, ਤੇ ਮੈਂ ਕਹਿੰਦਾ ਮੈਨੂੰ ਕਿਸੇ ਨੇ ਨਹੀਂ ਸਿਖਾਇਆ, ਮੈਂ ਤਾਂ ਆਪਣੇ ਬਾਪ ਨੂੰ ਵੇਖਿਆ ਦੂਸਰੇ ਦਾ ਚਾਅ ਲੈਂਦਿਆਂ, ਤੇ ਦੂਸਰੇ ਨੇ ਕਦੇ ਕੋਈ ਬਾਕੀ ਕਸਰ ਨਹੀਂ ਛੱਡੀ ਮੁਹੱਬਤ ਦੇਣ 'ਚ, ਚਾਹੇ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਦੇ ਭਣੇਵੇਂ ਸੀ, ਭੈਣਾਂ ਸੀ, ਜਾਂ ਰਿਸ਼ਤੇਦਾਰੀ ਦਾ ਤਾਣਾ ਬਾਣਾ ਜਿੱਥੋਂ ਤੱਕ ਵੀ ਸੰਸਾਰ ਜਾਂਦਾ ਹੈ, ਉੱਥੋਂ ਤੱਕ ਉਹਨਾਂ ਨੂੰ ਮੁਹੱਬਤ ਦਾ ਇੱਕ ਮੁਜੱਸਮਾ ਬਣ ਕੇ ਹੀ ਲੋਕ ਚੇਤੇ ਕਰਦੇ ਨੇ ਹੁਣ ਤੱਕ ਵੀ। ਮੈਨੂੰ ਯਾਦ ਹੈ ਮੈਂ ਜਦੋਂ ਪਹਿਲੀ ਕਿਤਾਬ ਛਪਵਾਉਣੀ ਸੀ ਤੇ ਅੰਮ੍ਰਿਤਸਰ ਛਪ ਰਹੀ ਸੀ ਮੇਰੀ ਕਿਤਾਬ, ਮੇਰੇ ਪਬਲਿਸ਼ਰ ਨੇ ਜਿਹੜਾ ਕਾਗਜ਼ ਲਾ ਦਿੱਤਾ ਉਹ ਬਹੁਤ ਮਾੜਾ ਸੀ। ਪਹਿਲਾ ਫਰਮਾ ਛਪਿਆ ਤਾਂ ਮੈਂ ਵੇਖਣ ਗਿਆ ਤੇ
ਮੈਨੂੰ ਪਸੰਦ ਨਾ ਆਇਆ। ਜਦੋਂ ਪਰਤ ਕੇ ਆਇਆ ਤੇ ਮੈਂ ਢਿੱਲਾ ਜਿਹਾ ਮੂੰਹ ਕੀਤਾ ਹੋਇਆ ਤੇ ਬਾਪੂ ਜੀ ਕਹਿੰਦੇ ਕੀ ਗੱਲ ਤੇਰਾ ਚਿੱਤ ਨਹੀਂ ਠੀਕ ਲੱਗਦਾ ਅੱਜ? ਮੈਂ ਕਿਹਾ ਬਾਪੂ ਜੀ ਮੇਰੀ ਕਿਤਾਬ ਛਪਦੀ ਸੀ ਨਾ ਤੇ ਜਿਹੜਾ ਉਹਨੇ ਕਾਗਜ਼ ਵਰਤਿਆ ਉਹ ਮੈਨੂੰ ਚੰਗਾ ਨਹੀਂ ਲੱਗਿਆ ਤੇ ਹੋਰ ਮੇਰੇ ਕੋਲ ਪੈਸੇ ਹੈ ਨਹੀਂ, ਜਿੰਨੇ ਸੀ ਉਹ ਮੈਂ ਉਹਨੂੰ ਦੇ ਆਇਆ ਸਾਂ। ਕਹਿੰਦੇ ਕਿੰਨੇ ਕੁ ਲੱਗਦੇ ਨੇ? ਮੈਂ ਬਾਪੂ ਜੀ 300 ਰੁਪਏ ਦਾ ਕਾਗਜ਼ ਚਾਹੀਦਾ। ਉਹਨਾਂ ਨੇ ਮੈਨੂੰ ਅਗਲੇ ਦਿਨ ਸਵੇਰੇ 400 ਰੁਪਏ ਦਿੱਤਾ ਮੈਨੂੰ। ਕਹਿੰਦੇ ਆ ਕਿਰਾਇਆ ਭਾੜਾ ਕੁਛ ਖਰਚ ਲਈ ਤੇ ਜਾ ਉਹਨੂੰ ਆਖ ਜਿਹੜਾ ਤੈਨੂੰ ਪਸੰਦ ਹੈ ਉਹ ਕਰਾ ਲੈ ਜਾ ਕੇ। ਜਦ ਕਿ ਉਹਨਾਂ ਦਾ ਸ਼ਬਦ ਸੱਭਿਆਚਾਰ ਨਾਲ ਕੋਈ ਜਿਉਂਦਾ ਜਿਹਾ ਰਿਸ਼ਤਾ ਕੋਈ ਨਹੀਂ ਸੀ। ਇਹਦੇ ਬਾਵਜੂਦ ਵੀ ਮੇਰੀ ਪਹਿਲੀ ਕਿਤਾਬ ਜਦੋਂ ਮੈਂ ਫੋਲਦਾ, ਖਾਸ ਕਰਕੇ ਪਹਿਲਾ ਐਡੀਸ਼ਨ, ਤਾਂ ਮੈਨੂੰ ਬਾਪੂ ਜੀ ਐਨ ਸਾਹਮਣੇ ਆ ਕੇ ਖਲੋ ਜਾਂਦੇ ਆ। ਕਈ ਹੋਰ ਗੱਲਾਂ ਐਸੀਆਂ ਨੇ ਜਿਹੜੀਆਂ ਮਤਲਬ ਮੇਰੇ ਨਿੱਜ ਨਾਲ ਸੰਬੰਧਿਤ ਨੇ। ਖਾਸ ਕਰਕੇ ਜਦੋਂ ਪਹਿਲੀ ਵਾਰ ਮੈਂ ਰੇਡੀਓ ਤੋਂ ਕਵਿਤਾ ਪਾਠ ਕਰਨਾ ਸੀ ਤੇ ਮੈਂ ਪਿੰਡ ਖਤ ਲਿਖਿਆ ਤੇ ਬਾਪੂ ਜੀ ਕੋਲ ਉਦੋਂ ਡੰਗਰ ਬੱਚੇ ਨੂੰ ਪੱਠੇ ਪਾਉਣ ਵਾਸਤੇ ਰੱਖਿਆ ਹੁੰਦਾ ਸੀ ਮੁੰਡਾ, ਛਿੰਦਾ ਸੀ ਨਾਂ ਉਹਦਾ, ਸਾਡੇ ਪਿੰਡੋਂ ਹੀ ਈਸਾਈਆਂ ਦਾ ਪੁੱਤਰ ਸੀ। ਉਹਨੂੰ ਕਹਿੰਦੇ ਉਹ ਛਿੰਦਿਆ ਅੱਜ ਵੇਲੇ ਸਿਰ ਪੱਠੇ ਤੇ ਇੱਥੇ ਕਰ ਲਈਏ, ਅੱਜ ਤੇਰੇ ਚਾਚੇ ਨੇ ਰੇਡੀਓ ਤੇ ਬੋਲਣਾ ਤੇ ਆਪਾਂ ਸੁਣਨਾ ਬਹਿ ਕੇ। ਉਹ ਮੁੰਡੇ ਨੇ ਸਵੇਰੇ ਹੀ ਡੰਗਰ ਬੱਚੇ ਵਾਸਤੇ ਪੱਠੇ ਦੱਸੇ ਦਾ ਪ੍ਰਬੰਧ ਕਰ ਲਿਆ ਤੇ ਸ਼ਾਮ ਨੂੰ ਜਦੋਂ ਕਵਿਤਾ ਪਾਠ ਸੁਣਨ ਤੋਂ ਬਾਅਦ ਬੀਬੀ ਮੇਰੇ ਨੂੰ ਕਹਿੰਦੇ ਜਿਹੜੀਆਂ ਉਹ ਗੱਲਾਂ ਕਰਦਾ ਸੀ ਨਾ, ਮੈਨੂੰ ਉਦੋਂ ਲੱਗਿਆ ਉਹਦਾ ਮਨ ਠੀਕ ਨਹੀਂ ਹੋ ਤੇ ਸੁੱਖ ਨੂੰ ਆ ਚਿੱਠੀ ਲਿਖੇ ਪਤਾ ਕਰੇ ਉਹਦਾ ਮਨ ਠੀਕ ਨਹੀਂ ਲੱਗਦਾ। ਉਹ ਸੁੰਘ ਲੈਂਦੇ ਸੀ ਕਿ ਕਿਹੜੇ ਜੀਅ ਦਾ ਕਿਹੜੇ ਵੇਲੇ ਕੀ ਮੂਡ ਹੈ। ਇੱਕ ਗੱਲ ਮੈਨੂੰ ਕਦੇ ਨਹੀਂ ਭੁੱਲਦੀ, ਮੈਂ ਬਹੁਤ ਥਾਈਂ ਕੋਟ ਕੀਤੀ ਹੈ ਕਿ ਮੇਰੇ ਬਾਪ ਦਾ ਕੀ ਸੀ ਵਤੀਰਾ ਧੀਆਂ ਭੈਣਾਂ ਵਾਸਤੇ। ਮੈਨੂੰ ਯਾਦ ਹੈ ਮੇਰੇ ਵੱਡੇ ਭਾਅ ਜੀ ਦਾ 1969 'ਚ ਵਿਆਹ ਹੋਇਆ ਤੇ ਉਦੋਂ 9 ਵਜੇ ਬੱਸ ਚੱਲਦੀ ਹੁੰਦੀ ਸੀ ਧਿਆਨਪੁਰ ਵਾਲੀ ਬਟਾਲੇ ਵਾਸਤੇ ਤੇ ਭੈਣ ਜੀ ਪੁਰਸ਼ੋਤਮ ਮੇਰੇ ਵੱਡੇ ਭਾਅ ਜੀ ਦੇ ਜੀਵਨ ਸਾਥਣ, ਉਹਨਾਂ ਦੇ ਵਾਲ ਵਾਹੁਣੇ ਸੀ ਕੋਈ 8 ਵਜੇ ਤੇ ਬਾਪੂ ਜੀ ਕੋਲ ਖੜੇ। ਉਦੋਂ ਰਿਵਾਜ਼ ਨਹੀਂ ਸੀ ਹੁੰਦਾ ਧੀਆਂ ਭੈਣਾਂ ਸਾਹਮਣੇ ਨਹੀਂ ਸੀ ਆਪਣੇ ਵੱਡਿਆਂ ਦੇ ਵਾਲ ਵਾਹੁੰਦੀਆਂ। ਤੇ ਭੈਣ ਜੀ ਕਹਿਣ ਲੱਗੇ, ਕਹਿੰਦੇ ਬਾਪੂ ਜੀ ਤੁਸੀਂ ਆਸੇ ਪਾਸੇ ਹੋ ਜਾਓ, ਮੈਂ ਵਾਲ ਵਾਹੁਣੇ ਨੇ। ਕਹਿੰਦੇ ਭਲੀਏ ਜੇ ਤੇ ਤੂੰ ਸਿਰ ਤੇ ਲੈ ਲਈ ਚੁੰਨੀ ਤੇ ਬਣ ਗਈ ਨੂੰਹ, ਤੇ ਜੇ ਮੇਰੇ ਸਾਹਮਣੇ ਵਾਲ ਵਾਹ ਲੇਂਗੀ ਤੇ ਬਣ ਗਈ ਧੀ। ਇਸ ਕਰਕੇ ਤੂੰ ਪੁੱਤਰ ਮੈਨੂੰ ਚਾਹ ਲੈ ਲੈਣ ਦੇ, ਮੈਨੂੰ ਚਾਹ ਨਾ ਮੇਰੇ ਖੋ ਤੂੰ, ਮੈਨੂੰ ਚਾਹ ਲੈ ਲੈਣ ਦੇ। ਮੈਂ ਤੈਨੂੰ ਤਿਆਰ ਹੁੰਦੀ ਨੂੰ ਵੇਖ ਕੇ ਮੈਂ ਸਮਝਦਾ ਕਿ ਮੇਰੀ ਮਨਜੀਤ ਹੀ ਤਿਆਰ ਹੋ ਰਹੀ ਹੈ। ਮੇਰੇ ਵੱਡੇ ਭੈਣ ਜੀ ਦਾ ਨਾਮ ਮਨਜੀਤ ਹੈ। ਸੋ ਬੜੀਆਂ ਹੋਰ ਐਸੀਆਂ ਮਿਸਾਲਾਂ ਨੇ। ਇੱਕ ਮਿਸਾਲ ਮੈਨੂੰ ਹੋਰ ਨਹੀਂ ਭੁੱਲਦੀ ਕਦੇ ਵੀ। ਉਹ ਕਹਿੰਦੇ ਕਿ ਮੈਂ ਜ਼ਿੰਦਗੀ 'ਚ ਸ਼ਰਾਬ ਕਿਉਂ ਛੱਡੀ, ਕਿਵੇਂ ਛੱਡੀ, ਉਹ ਗੱਲ ਸੁਣਾਉਂਦੇ ਹੁੰਦੇ ਸੀ। ਕਹਿੰਦੇ ਮੈਂ ਵਿਸਾਖੀ ਦਾ ਦਿਹਾੜਾ ਤੇ ਜਾਵਾਂ ਖੂਹ ਨੂੰ, ਸ਼ਰਾਬ ਮੇਰੀ ਪੀਤੀ ਹੋਈ, ਰਾਹ ਦੇ ਵਿੱਚ ਦੂਸਰੀ ਪੱਤੀ ਦਾ ਸਰਦਾਰ ਜਰਨੈਲ ਸਿੰਘ ਨੌਜਵਾਨ ਸੀ ਉਸ ਵਕਤ, ਉਹ ਆੜ ਦੇ ਵਿੱਚੋਂ ਘਾਹ ਫੂਸ ਕੱਢ ਰਿਹਾ ਸੀ। ਕਹਿੰਦੇ ਮੈਂ ਉਹਨੂੰ ਕਿਹਾ ਤੂੰ ਵੀ ਬੰਦਾ, ਲੋਕੀ ਸਾਰੇ ਮੇਲੇ ਗਏ ਹੋਏ ਨੇ, ਤੂੰ ਇੱਥੇ ਘਾਹ ਖੋਤਰੀ ਜਾਂਦਾ। ਉਹਨੇ ਹੱਥ ਛੱਡਿਆ। ਕਹਿੰਦੇ ਮੈਂ ਖੂਹ ਤੇ ਜਾ ਕੇ ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਕਿਹਾ ਯਾਰ ਕਿ ਤੇਰੇ ਨਾਲੋਂ ਇਹ ਤਕੜਾ, ਤੇਰੇ ਤੋਂ ਆਕੜਾ, ਤੇ ਤੂੰ ਜੇ ਤੇਰੇ ਗਲ ਪੈ ਜਾਂਦਾ, ਜੇ ਤੇਰੇ ਮਾਰਦਾ ਬਾਚੀਆਂ 'ਚ ਦੁੱਖ ਸੁਣ, ਪੱਗ ਤੇਰੀ ਜਾਂਦੀ ਆਹ ਡਿੱਗ ਕੇ, ਤੇ ਫਿਰ ਤੂੰ ਚੰਗਾ ਰਹਿੰਦਾ। ਕਹਿੰਦੇ ਖੂਹ ਦੇ ਸਹੁੰ ਪਾ ਲਈ ਵੀ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਣੀ। ਨਾਲੇ ਮੈਂ ਇਹ ਸੋਚ ਲਿਆ ਇਹ ਪੁੱਤਰ ਮੇਰਾ 6-7 ਸਾਲਾਂ ਦਾ ਹੋ ਗਿਆ, ਮੇਰੇ ਵੱਡੇ ਭਾਜੀ ਜਸਵੰਤ ਸਿੰਘ ਗਿੱਲ, ਤੇ ਜੇ ਮੇਰੇ ਵੱਲ ਵੇਖ ਕੇ ਇਹ ਪੀਣ ਬਹਿ ਗਿਆ ਤੇ ਫਿਰ ਮੇਰਾ ਕੀ ਬਣੇਗਾ। ਉਸ ਦਿਨ ਤੋਂ ਬਾਅਦ ਕਹਿੰਦੇ ਮੈਂ ਸ਼ਰਾਬ ਆਪਣੇ ਮੂੰਹ ਨੂੰ ਨਹੀਂ ਲਾਈ ਤੇ ਨਾ ਹੀ ਘਰ 'ਚ ਵੜਨ ਦਿੱਤੀ। ਇਹਦੀ ਇੱਕ ਮਿਸਾਲ ਤੇ ਇਹ ਵੀ ਜਦੋਂ ਭਾਜੀ ਦੇ ਵਿਆਹ ਵੇਲੇ ਅਸੀਂ ਜਲੰਧਰ ਆਏ ਤੇ ਮੇਰੇ ਤਾਇਆ ਜੀ ਦਾ ਬੇਟਾ ਸਾ ਗੁਰਬਚਨ ਸਿੰਘ, ਉਹ ਥੋੜਾ ਸ਼ੌਕੀਨ ਸੀ ਦਾਰੂ ਦਾ। ਉਹਨੇ ਕਿਤੇ ਚੋਰੀ ਛਿਪੇ ਵਧੀਆ ਪਊਆ ਕੋਈ ਡੱਬ 'ਚ ਦਿੱਤਾ ਤੇ ਬਾਪੂ ਜੀ ਨੂੰ ਧੱਕੇ ਨਾਲ ਪਿਲਾਉਣ ਦੀ ਕੋਸ਼ਿਸ਼ 'ਚ ਉਹਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਪੂ ਜੀ ਨੇ ਕਿਹਾ, ਕਹਿੰਦੇ ਉਹ ਇਹ ਗੁਰਬਚਨ ਮੇਰੇ ਨਾਲ ਇਹ ਕੰਮ ਨਾ ਕਰ, ਮੈਂ ਇਹ ਕੰਮ ਨਹੀਂ ਕਦੇ ਕੀਤਾ। ਉਹ ਬੋਤਲ ਦਾ ਮੂੰਹ ਲਾ ਕੇ ਬੋਲਣ ਲੱਗੇ ਤੇ ਧੱਕਾ ਕਰਨ ਲੱਗਿਆ ਤੇ ਬਾਪੂ ਜੀ ਦਾ ਇੱਕ ਦੰਦ ਹਿੱਲ ਗਿਆ।
ਕਹਿੰਦੇ ਚਾਹੇ ਮੇਰੇ ਬਾਕੀ ਰਹਿੰਦੇ ਵੀ ਨਿਕਲ ਜਾਣ ਪਰ ਮੈਂ ਤੇਰੀ ਗੱਲ ਨਹੀਂ ਮੰਨਣੀ। ਇਹ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਉਹਨਾਂ ਦੀਆਂ ਕਮਿਟਮੈਂਟ ਨੂੰ ਪ੍ਰਗਟਾਉਂਦੀਆਂ ਨੇ ਕਿ ਉਹਨਾਂ ਦੀ ਕਮਿਟਮੈਂਟ ਜਿਹੜੀ ਉਹ ਕੀ ਸੀ। ਬਾਪੂ ਜੀ ਦੀ ਕਮਿਟਮੈਂਟ ਜਿਹੜੀ ਸੀ ਉਹ ਵੱਖਰੀ ਕਿਸਮ ਦੀ ਕਮਿਟਮੈਂਟ ਸੀ, ਆਪਣੇ ਲਈ ਵੀ, ਪਰਿਵਾਰ ਲਈ ਵੀ, ਪਿੰਡ ਲਈ ਵੀ, ਸਮਾਜਿਕ ਚੁਗਿਰਦੇ ਲਈ ਵੀ, ਬੀਤੇ ਵਕਤ ਲਈ ਵੀ, ਈਵਨ ਉਸ ਮਿੱਟੀ ਲਈ ਵੀ ਜਿਹੜੀ ਮਿੱਟੀ ਨੂੰ ਉਹ ਆਪਣੇ ਪਿੱਛੇ ਛੱਡ ਆਏ ਸੀ ਦੇਸ਼ ਦੀ ਵੰਡ ਤੋਂ ਪਹਿਲਾਂ। 1983 ਦੇ ਵਿੱਚ ਮੇਰੇ ਵੱਡੇ ਭੈਣ ਜੀ ਮਨਜੀਤ, ਭਾਜੀ ਗੁਰਦਰਸ਼ਨਪਾਲ ਤੇ ਬੱਚੇ ਪਾਕਿਸਤਾਨ ਗਏ ਤੇ ਜਦੋਂ ਪਰਤ ਰਹੇ ਸੀ ਤੇ ਪਰਤਦਿਆਂ ਨੂੰ ਵਾਘੇ ਬਾਰਡਰ ਤੇ ਲੈਣ ਵਾਸਤੇ ਗਏ ਹੋਏ ਸੀ ਭਾਜੀ ਵੱਡੇ, ਤੇ ਕਹਿੰਦੇ ਜਸ ਸੁੱਖ ਇਹ ਦੋ ਝੰਡੇ ਕਿਉਂ ਲਾਏ ਨੇ ਇੱਥੇ? ਕਹਿੰਦੇ ਬਾਪੂ ਜੀ ਇਹ ਜਿਹੜਾ ਹਰਾ ਝੰਡਾ ਇਹ ਪਾਕਿਸਤਾਨ ਦਾ ਹੈ ਤੇ ਆਹ ਤਿਰੰਗਾ ਜਿਹੜਾ ਹਿੰਦੁਸਤਾਨ ਦਾ ਹੈ। ਕਹਿੰਦਾ ਅੱਛਾ ਤੇ ਫਿਰ ਆਪਣਾ ਤਾਂ ਫਿਰ ਆਓ ਹੋਇਆ ਨਾ, ਹਰੇ ਵੱਲ ਨੂੰ ਇਸ਼ਾਰਾ ਕਰਕੇ ਕਹਿਣ ਲੱਗੇ। ਕਹਿੰਦੇ ਬਾਪੂ ਜੀ ਨਹੀਂ ਆਪਣਾ ਤਿਰੰਗਾ, ਉਹ ਨਹੀਂ ਉਹ ਤਿਰੰਗਾ ਉਹਨਾਂ ਦੇ ਜਿਹੜੇ ਇੱਧਰ ਜੰਮੇ ਨੇ, ਅਸੀਂ ਤਾਂ ਉੱਧਰ ਜੰਮੇ ਸੀ ਨਾ, ਸਾਡਾ ਤੇ ਫਿਰ ਉਹੀ ਹੈ ਨਾ। ਮਰਦੇ ਦਮ ਤੱਕ ਇਹ ਸਿੱਖ ਨੂੰ ਨਾਲ ਲੈ ਕੇ ਉਹ ਚਲੇ ਗਏ ਕਿ ਮੈਂ ਆਪਣੇ ਜੱਦੀ ਪੁਸ਼ਤੀ ਪਿੰਡ ਨੂੰ ਵੇਖਣਾ ਚਾਹੁੰਦਾ। ਹਾਲਾਤ ਨੇ ਨਹੀਂ ਅਲਾਉ ਕੀਤਾ, ਪ੍ਰਵਾਨਗੀ ਨਹੀਂ ਦਿੱਤੀ, ਪਰ ਉਹਦੇ ਮਨ 'ਚ ਸਿੱਖ ਜ਼ਰੂਰ ਸੀ ਉਸ ਮਿੱਟੀ ਦੀ। ਔਰ ਹੁਣ ਜਦੋਂ ਮੈਂ ਕਦੇ ਪਾਕਿਸਤਾਨ ਜਾਂਦਾ, ਸੱਚ ਜਾਣਿਓ ਮੈਂ ਬਾਪੂ ਜੀ ਦੀ ਰੀਝ ਨਾਲ ਲੈ ਕੇ ਜਾਂਦਾ, ਔਰ ਮੈਨੂੰ ਇੰਝ ਲੱਗਦਾ ਹੁੰਦਾ ਕਿ ਬਾਪੂ ਜੀ ਮੇਰੇ ਨਾਲ ਨੇ ਔਰ ਸਾਰਾ ਕੁਝ ਵਾਚ ਰਹੇ ਨੇ, ਵੇਖ ਰਹੇ ਨੇ। ਗੱਲ ਵੱਖਰੀ ਕਿ ਮੈਨੂੰ ਹੁਣ ਤੱਕ ਆਪਣੇ ਪਿੰਡ ਜਾਣਾ ਨਸੀਬ ਨਹੀਂ ਹੋਇਆ, ਪਰ ਜਦੋਂ ਐਤਕੀ ਭਾਜੀ ਦੀ ਹਿੰਮਤ ਸਦਕਾ, ਵੱਡੇ ਭਾਈ ਦੀ ਹਿੰਮਤ ਸਦਕਾ ਜਿੱਦੋਂ ਕਿਤੇ ਉਸ ਪਰਿਵਾਰ ਨੇ ਮੇਰੇ ਨਾਲ ਮੁਲਾਕਾਤ ਕੀਤੀ ਲਾਹੌਰ 'ਚ ਆ ਕੇ, ਤਾਂ ਮੈਨੂੰ ਇੰਝ ਲੱਗਿਆ ਕਿ ਸਾਰਾ ਕੁਝ ਮੇਰੇ ਬਾਪੂ ਜੀ ਦਾ ਬੀਜਿਆ ਜਿਹੜਾ ਉਹ ਅਸੀਂ ਵੱਢ ਰਹੇ ਹਾਂ। ਮੁਹੱਬਤ ਦੀ ਖੇਤੀ ਕਰਦੇ ਸੀ ਬਾਪੂ ਜੀ। ਮੈਂ ਇੱਕ ਘਟਨਾ ਸੁਣਾ ਕੇ ਗੱਲ ਮੁਕਾਵਾਂਗਾ। ਮੈਂ ਸ਼ਾਇਦ 5ਵੀਂ ਚੋਂ 6ਵੀਂ 'ਚ ਹੋਇਆ ਸੀ ਤੇ ਉਦੋਂ ਸਾਇੰਸ ਦੀ ਕਿਤਾਬ ਜਿਹੜੀ ਸੀ ਉਹ ਨਵੀਂ ਛਪੀ ਸੀ ਤੇ ਉਹ ਮਿਲਦੀ ਨਹੀਂ ਸੀ ਕਿਉਂਕਿ ਸਾਡੇ ਧਿਆਨਪੁਰ ਕਿਤਾਬਾਂ ਦੀ ਦੁਕਾਨ ਕੋਈ ਨਹੀਂ ਸੀ। ਕੋਟਲੀ ਅੱਡੇ ਤੇ ਇੱਕ ਦੁਕਾਨ ਸੀ ਤੇ ਉਹ ਵੀ ਕਦੇ ਕਦੇ ਹੀ ਖੁੱਲਦੀ ਸੀ ਤੇ 7 ਦਿਨ ਲਗਾਤਾਰ ਮੈਨੂੰ ਕੁੱਟ ਪੈਂਦੀ ਰਹੀ ਇਸ ਗੱਲ ਪਿੱਛੇ ਵੀ ਤੂੰ ਸਾਇੰਸ ਦੀ ਕਿਤਾਬ ਕਿਉਂ ਨਹੀਂ ਲੈਂਦਾ। ਅੱਜ ਵਰਗੇ ਹਾਲਾਤ ਤਾਂ ਹੈ ਨਹੀਂ ਕਿ ਮਾਪੇ ਉਲਾਂਭਾ ਦੇਣ ਜਾਂਦੇ। ਹੁਣ ਤਾਂ ਇਹ ਸੀ ਵੀ ਸਕੂਲੋਂ ਕੁੱਟ ਪੈਣ ਤੋਂ ਬਾਅਦ ਪਤਾ ਲੱਗਦਾ ਸੀ ਸਕੂਲੋਂ ਕੁੱਟ ਪਈ ਤੇ ਘਰੋਂ ਵੱਖਰੀ ਪੈਂਦੀ ਸੀ, ਦੂਰ ਪੈ ਜਾਂਦੀ ਸੀ। ਮੈਂ ਬਾਪੂ ਜੀ ਨੂੰ ਕਿਹਾ ਬਾਪੂ ਜੀ ਮੇਰੇ ਕੋਲ ਸਾਇੰਸ ਦੀ ਕਿਤਾਬ ਹੈ ਨਹੀਂ ਤੇ ਗੁਰਦਾਰੀ ਬੁੱਕ ਸ਼ਾਪ ਤੋਂ ਮਿਲਣੀ ਹੈ ਕੋਟਲੀਓਂ। ਤੜਕਸਾਰ ਉੱਠ ਕੇ ਪਤਾ ਨਹੀਂ 5 ਵਜੇ 6 ਵਜੇ ਉੱਠੇ ਹੋਣਗੇ ਔਰ 4-5 ਕਿਲੋਮੀਟਰ ਸਾਡੇ ਪਿੰਡ ਤੋਂ ਕੋਟਲੀ ਵੀ। ਕਿਤਾਬ ਲਿਆ ਕੇ ਨਾਲ 2 ਪੀਸ ਬਰਫੀ ਦੇ, ਦੇਸੀ ਬਰਫੀ ਦੇ, ਮੈਨੂੰ ਕਹਿੰਦੇ ਆਹ ਲੈ ਮੂੰਹ ਮਿੱਠਾ ਕਰ ਤੇ ਨਾਲੇ ਕਿਤਾਬ ਆਹ ਲੈ ਲੈ, ਮੂੰਹ ਮਿੱਠਾ ਕਰਕੇ ਪੜ੍ਹੇਗਾ ਤੇ ਚੰਗੀ ਪੜ੍ਹਾਈ ਕਰੇਗਾ। ਇਹ ਘਟਨਾ ਮੈਨੂੰ ਜਦੋਂ ਵੀ ਚੇਤੇ ਆਉਂਦੀ ਤਾਂ ਮੈਨੂੰ ਲੱਗਦਾ ਕਿ ਆਪਾਂ ਜਿਸ ਰੱਬ ਨੂੰ ਲੱਭਦੇ ਫਿਰਦੇ ਆ ਉਹ ਰੱਬ ਹੋਰ ਕਿਤੇ ਨਹੀਂ ਹੈ। ਉਹ ਰੱਬ ਸਾਡੇ ਮਾਪੇ ਹੀ ਨੇ, ਸਾਡੇ ਭੈਣ ਭਾਈ ਨੇ, ਸਾਡਾ ਸਮਾਜਿਕ ਚੁਗਿਰਦਾ ਆ ਜਿਹੜਾ ਸਾਨੂੰ ਉਸਾਰਦਾ ਹੈ। ਜਿਸ ਰੱਬ ਦੀ ਅਸੀਂ ਭਾਲ 'ਚ ਤੁਰੇ ਫਿਰਦੇ ਹਾਂ ਉਹ ਰੱਬ ਵੀ ਇਹਨਾਂ ਜੀਆਂ ਦੇ ਵਿੱਚ ਹੀ ਹੈ, ਕਿਤੇ ਹੋਰ ਨਹੀਂ ਹੈ, ਪ੍ਰਕਿਰਤੀ 'ਚ ਹੈ, ਬੰਦਿਆਂ 'ਚ ਹੈ। ਔਰ ਮੈਂ ਇੱਕ ਨਜ਼ਮ ਲਿਖੀ ਸੀ ਜਿਹੜੀ ਮੇਰੀ ਕਿਤਾਬ ਪਾਰਦਰਸ਼ੀ 'ਚ ਛਪੀ। ਉਹ ਨਜ਼ਮ ਸੀ ਕਿ ਰੱਬ ਨਹੀਂ ਦਿਸਦਾ ਕਿਤੇ, ਰੱਬ ਨਹੀਂ ਦਿਸਦਾ ਕਿਤੇ ਨਾ ਸਹੀ, ਪਰ ਉਹ ਕੌਣ ਹੈ ਜੋ ਹਰ ਦੁੱਖ ਸੁੱਖ ਦੀ ਘੜੀ ਮੇਰੀ ਪਿੱਠ ਤੇ ਆਣ ਖਲੋਂਦਾ ਹੈ, ਆਖਦਾ ਹੈ ਘਬਰਾਵੀਂ ਨਾ ਮੈਂ ਤੇਰੇ ਨਾਲ ਖੜਾ ਹਾਂ। ਕਦੇ ਮੇਰਾ ਬਾਪ ਬਣ ਜਾਂਦਾ ਹੈ, ਬਾਹੋ ਦਾਹੀ ਵਿਆਹੀਆਂ ਵਾਲੇ ਪੈਰਾਂ ਨੂੰ ਧੌੜੀ ਦੀ ਜੁੱਤੀ 'ਚ ਫਸਾ ਕੇ ਮੇਰੇ ਲਈ ਸਾਇੰਸ ਦੀ ਕਿਤਾਬ ਲੈਣ ਤੁਰ ਜਾਂਦਾ ਹੈ। ਜੇਬ 'ਚ ਕਿਰਾਇਆ ਨਾ ਹੋਣ ਦੇ ਦੁੱਖੋਂ ਪੈਦਲ ਸਵਾਰ, ਖੁਦ ਅਨਪੜ੍ਹ ਹੋ ਕੇ ਵੀ ਅੱਧੀ ਅੱਧੀ ਰਾਤ ਤੱਕ ਮੇਰੇ ਨਾਲ ਨਾਲ ਜਾਗਦਾ ਹੈ। ਇਹ ਹੋਰ ਕੌਣ ਹੈ ਜੋ ਕਦੇ ਮੇਰੀ ਮਾਂ ਬਣ ਜਾਂਦੀ ਹੈ, ਤੜਕਸਾਰ ਦੁੱਧ ਰਿੜਕਦੀ, ਘਿਓ ਦੀ ਕੌਡੀ ਕੌਡੀ ਜੋੜਦੀ, ਮੇਰੇ ਸਕੂਲ ਦੀ ਫੀਸ ਬਣ ਜਾਂਦੀ ਹੈ। ਕਦੇ ਵੱਡਾ ਵੀਰ ਬਣ ਜਾਂਦਾ ਹੈ, ਆਪਣੇ ਤੋਂ ਪਹਿਲਾਂ ਮੇਰੇ ਗੁੱਟ ਤੇ ਵਕਤ ਵੇਖਣ ਵਾਲੀ ਘੜੀ ਬੰਨ੍ਹਦਾ, ਨਵੇਂ ਨਕੋਰ ਸਾਈਕਲ ਦੀ ਕਾਠੀ ਤੇ ਆਪਣੇ ਤੋਂ ਪਹਿਲਾਂ ਬਿਠਾਉਂਦਾ ਹੈ। ਇਹ ਕੌਣ ਹੈ ਜੋ ਮੇਰੀ ਵੱਡੀ ਭੈਣ ਬਣ ਕੇ ਮੈਨੂੰ ਨਿੱਕੀ ਤੇ ਵੱਡੀ ABC ਦਾ ਫਰਕ ਸਮਝਾਉਂਦੀ ਹੈ, ਸ਼ਬਦਾਂ ਦੀਆਂ ਸ਼ਕਲਾਂ ਵਿੱਚ ਸੋਹਜ ਭਰਨ ਦਾ ਸਲੀਕਾ ਦੱਸਦੀ ਹੈ। ਕੌਣ ਹੈ ਜੋ 4 ਲਾਵਾਂ ਮਗਰੋਂ ਮੇਰੇ ਸਿਰ ਤੇ ਅੰਬਰ ਬਣਦਾ ਹੈ, ਸਹਿਜ ਦਾ ਚੰਦੋਆ ਤਾਣਦਾ ਹੈ, ਧੁੱਪੇ ਵੀ ਛਾਵੇਂ ਵੀ, ਕਦੇ ਛਤਰੀ ਬਣਦੀ ਹੈ ਕਦੇ ਨਿੱਘ,
ਧਰਤੀ ਬਣ ਜਾਂਦੀ ਹੈ, ਕਦੇ ਮੇਰੀ ਬੀਵੀ ਮੌਸਮੀ ਤਪਸ਼ ਦੇ ਥਪੇੜਿਆਂ ਤੋਂ ਬਚਾਉਂਦੀ ਹੈ, ਭੁਚਾਲ ਦੇ ਝਟਕੇ ਸਹਿੰਦੀ ਹੈ। ਇਹ ਕੌਣ ਹੈ ਜੋ ਕਦੇ ਪੁੱਤਰ ਬਣ ਜਾਂਦਾ ਹੈ, ਕਦੇ ਧੀ। ਮਹਿਕ ਮਹਿਕ ਖੁਸ਼ਬੂ ਖੁਸ਼ਬੂ ਵਿਹੜਾ ਭਰ ਜਾਂਦਾ ਹੈ ਘਰ ਵਿੱਚ ਆਉਣ ਵਾਲੀ ਨੂੰਹ ਦੇ ਚਾਵਾਂ ਨਾਲ, ਜਿਸ ਦੇ ਹਾਸਿਆਂ ਦੀ ਛਣਕਾਰ ਸੁਣ ਕੇ ਪੂਰਾ ਗਗਨ ਥਾਲ ਬਣ ਜਾਂਦਾ ਹੈ। ਵਿਚਕਾਰ ਸੂਰਜ ਤੇ ਚੰਦਰਮਾ ਦੀਵਿਆਂ ਵਾਂਗ ਟਿਕ ਜਾਂਦੇ ਹਨ। ਤਾਰਿਆਂ ਦਾ ਜਾਲ, ਮੋਤੀਆਂ ਦਾ ਥਾਲ, ਸਮੁੱਚੀ ਕੁਦਰਤ 'ਚ ਇਤਰ ਘੁਲਦਾ ਹੈ। ਜੇ ਇਹ ਰੱਬ ਨਹੀਂ ਤਾਂ ਹੋਰ ਕੌਣ ਹੈ? ਦੋਸਤੋ, ਸਾਰਿਆਂ ਦੇ ਬਾਬਲ ਜੀਣ ਜਾਗਣ, ਸਾਰਿਆਂ ਦੀਆਂ ਯਾਦਾਂ ਵਿੱਚ ਹੀ ਘੁਲੇ ਹੋਏ ਮਾਪੇ ਕਿਣਕਾ ਕਿਣਕਾ ਹਰ ਮਨੁੱਖ ਦੇ ਵਿੱਚ ਹਰ ਵੇਲੇ ਜਾਗਦੇ ਨੇ। ਅੱਜ ਕਿਉਂਕਿ ਸਾਡੇ ਬਾਪੂ ਜੀ ਨੂੰ ਗਿਆ 33 ਸਾਲ ਹੋ ਗਏ ਨੇ, ਉਹਨਾਂ ਦੀ ਯਾਦ ਵਿੱਚ ਸਿਰ ਝੁਕਾਉਂਦਾ ਹੋਇਆ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ, ਸਮੁੱਚੇ ਕਾਇਨਾਤ ਵਿੱਚ ਵਿਚਰਦੇ ਮੇਰੇ ਬਾਪੂ ਦੇ ਲਾਏ ਬੂਟਿਆਂ ਦੀ ਪਰਵਰਿਸ਼ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਤੁਹਾਡਾ ਆਪਣਾ ਗੁਰਭਜਨ ਗਿੱਲ।